हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਜੀਓਗ੍ਰਾਫੀ ਦੀ ਕਲਾਸ ਦੇ ਵਿੱਚ। ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਿਹੜੀ ਮੇਰੀ ਜੀਓਗ੍ਰਾਫੀ ਆ, ਮੇਰੀ ਹਿਸਟਰੀ ਆ, ਮੇਰੀ ਪੋਲਿਟੀ ਆ, ਮੈਂ ਕਰਾਨੀ ਆ ਐਨਸੀਈਆਰਟੀ ਤੋਂ, ਐਨਸੀਈਆਰਟੀ ਦੀਆਂ ਕਿਤਾਬਾਂ ਤੋਂ। ਠੀਕ ਹੈ, ਮੇਰੇ ਹੱਥ ਦੇ ਵਿੱਚ ਹੈਗੀ ਆ 6ਵੀਂ ਕਲਾਸ ਦੀ ਐਨਸੀਈਆਰਟੀ। ਜਿਹੜੇ ਬੱਚੇ ਇਸ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਮੈਂ ਦੱਸਦਾ ਕਿ मैं 8वीं क्लास की जियोग्राफी कंप्लीट करवा चुकी हाँ, 7वीं क्लास की जियोग्राफी कंप्लीट करवा चुकी हाँ। प्लेलिस्ट बनिया पईयां ने ते प्लेलिस्टां तुसीं जरूर चैक कर लियो। ते हुण आपां 6वीं क्लास की जियोग्राफी करते पे हाँ। इस तो पहला मैं 4 चैप्टर कवर करवा चुकी हाँ। ठीक है, बहुत ही शानदार तरीके दे नाल। जिहड़ा साडा 5वां चैप्टर हैगा वा इह हैगा वा धरती दे प्रमुख मंडल। मैं हर एक सबजैक्ट नूं सबजैक्ट दे नाल जोड़ के, हर एक टॉपिक नूं टॉपिक दे नाल जोड़ के करवाउणी हुंदी आ। ਉਹ इस तरीके दे नाल पहला कंसैप्ट नूं समझो। देखो, जदों मैं तुहानूं पंजाबी व्याकरण शुरू करवाया सी, पंजाबी व्याकरण दे विच मैं तुहानूं दस्सिया सी, मैं बड़ी वारी ये गल कह चुकी हाँ कि जिवें सानूं कहा जांदा हुंदा सी भी जिन्नूं टेंस आ गए उहनूं अंग्रेजी आ गई, टेंस आ गए तो अंग्रेजी आ गई, सारी अंग्रेजी टेंस ते टिकी आ। उस तरह मैं तुहानूं कहा ही कि साडे व्याकरण दे, पंजाबी व्याकरण दे 4 बोध आ, धुनी बोध, शब्द बोध, वाक बोध, अर्थ बोध। ते जिन्नूं वो चारे बोध आ गए उन्होंने पंजाबी दा व्याकरण आ गया। हुण तुसीं सोचदे होणे भी क्लास जियोग्राफी दी आ ते सर्ब पंजाबी बारे दसी जांदी आ। नहीं, गल इह आ भी देखो, ठीक उसे तरह ही जिन्नू साडी धरती दे परमंडल आ गए ਉਹਦੇ ਨਾਲ ਸਾਡੀ ਬਹੁਤੀ ਜਿਓਗ੍ਰਾਫੀ ਜਿਹੜੀ ਆ ਉਹ ਆਲਮੋਸਟ ਕੰਪਲੀਟ ਹੋ ਜਾਂਦੀ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਧਰਤੀ ਦੇ ਪ੍ਰਮੁੱਖ ਮੰਡਲਾਂ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਆਉਂਦਾ ਸਾਡਾ ਭੂ ਮੰਡਲ, ਸਾਡਾ ਵਾਯੂ ਮੰਡਲ ਤੇ ਸਾਡਾ ਜਲ ਮੰਡਲ। ਠੀਕ ਆ, ਹੁਣ ਹੋਊਗਾ ਕੀ? ਠੀਕ ਉਸੇ ਤਰ੍ਹਾਂ ਹੀ ਵੇਖੋ, ਕਨਸੈਪਟ ਨੂੰ ਤੁਸੀਂ ਵੀ ਜੋੜੋ ਮੇਰੇ ਨਾਲ ਹੀ। ਜਦੋਂ ਆਪਾਂ ਧੁਨੀ ਬੋਧ ਕੀਤਾ ਸੀ ਉਹਦੇ ਵਿੱਚ ਆਪਾਂ ਸਾਰੀਆਂ ਕਿਹੜੀਆਂ ਨਾਦੀ ਧੁਨੀਆਂ, ਕਿਹੜੀਆਂ ਅਲਪ ਪ੍ਰਾਣੀਆਂ, ਕਿਹੜੀਆਂ ਕੰਠੀ, ਕਿਹੜੀਆਂ ਤਾਲਵੀ, ਉਹ ਕੀਤੀਆਂ। ਠੀਕ ਇਸੇ ਤਰ੍ਹਾਂ ਹੀ ਜਦੋਂ ਅਸੀਂ ਧਰਤੀ ਦੇ ਪਰਮੰਡਲਾਂ ਦੇ ਵਿੱਚ ਭੂ ਮੰਡਲ ਪੜ੍ਹਦੇ ਆ, ਭੂ ਮੰਡਲ ਦੇ ਵਿੱਚ ਸਾਡੇ ਆਉਣਗੇ ਵੱਡੇ ਸਥਲ ਰੂਪ, ਇੱਕ ਆਉਣਗੇ ਸਾਡੇ ਛੋਟੇ ਸਥਲ ਰੂਪ। ਭੂ ਮੰਡਲ ਦੇ ਵਿੱਚ ਜਾਨੀ ਕਿ ਸਾਡਾ ਕੀ ਆ ਜਾਊਗਾ, ਸਾਡੇ ਮਹਾਦੀਪ, ਜਿੰਨੇ ਵੀ ਸਾਡੇ ਮਹਾਦੀਪ ਆ, यूरोप, अफ्रीका, अमरीका, आस्ट्रेलिया, उत्तरी अमरीका, दक्षिण अमरीका, ਇਹ ਸਾਡੇ ਕੀ ਆ ਜਾਣਗੇ, ਸਾਡੇ ਮਹਾਦੀਪ ਆਣਗੇ। ਮਹਾਦੀਪ ਸਾਡੇ ਵੱਡੇ ਸਥਲ ਰੂਪ ਆ ਜਿਹੜੇ ਕਿਹਦੇ ਵਿੱਚ ਆਉਂਦੇ ਆ, ਭੂ ਮੰਡਲ ਦੇ ਵਿੱਚ ਆਉਂਦੇ ਆ। ਭੂ ਮੰਡਲ ਕਿਹਦਾ ਹਿੱਸਾ ਵਾ? ਧਰਤੀ ਦੇ ਪ੍ਰਮੁੱਖ ਪ੍ਰਮੰਡਲ ਦਾ ਹਿੱਸਾ। ਸਮਝ ਲੱਗੀ ਨਾ? ਤੇ ਇਸੇ ਤਰ੍ਹਾਂ ਹੀ ਛੋਟੇ ਸਥਲ ਰੂਪ ਦੇ ਵਿੱਚ ਸਾਡੇ ਮਹਾਸਾਗਰੀ ਬੇਸਿਨ ਆ ਜਾਣਗੇ। ਠੀਕ ਆ, ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਧੁਨੀ ਬੋਧ ਕਰਾਉਣ ਤੋਂ ਬਾਅਦ ਮੈਂ ਤੁਹਾਨੂੰ ਸ਼ਬਦ ਬੋਧ ਤੇ ਲੈ ਕੇ ਗਈ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਸ਼ਬਦਾਂ ਦੀ ਵੱਖ-ਵੱਖ ਤਰ੍ਹਾਂ ਦੀ ਵਰਗ ਵੰਡ। ਇਸੇ ਤਰ੍ਹਾਂ ਹੀ ਵੇਖੋ ਕਿੰਨਾ ਸੋਹਣਾ ਲੜੀ ਦੇ ਨਾਲ ਲੜੀ ਜੁੜਦੀ ਆ। ਮਤਲਬ ਜਿਹੜੇ ਮੇਰੇ ਇੱਕ ਟੀਚਿੰਗ ਮੈਥਡ ਆ ਨਾ, ਜਦੋਂ ਤੁਸੀਂ ਮੇਰੇ ਤੋਂ ਪੜ੍ਹੋਗੇ, ਖਾਸ ਕਰਕੇ ਐਸਐਸਟੀ ਤੇ ਪੰਜਾਬੀ, ਇਸ ਤਰੀਕੇ ਦੇ ਨਾਲ ਮੈਂ ਪੜ੍ਹਾ ਵੀ ਰਹੀ ਆ, ਅੱਗੇ ਵੀ ਕੰਟੀਨਿਊ ਏਦਾਂ ਹੀ ਪੜ੍ਹਾਉਂਗੀ ਕਿ ਤੁਹਾਨੂੰ ਜਿਹੜੀ ਸਟੱਡੀ ਆ ਉਹ ਇੰਨੀ ਕੁ ਜ਼ਿਆਦਾ ਆਸਾਨ ਲੱਗੂਗੀ। ਤੁਹਾਨੂੰ ਲੱਗੂਗਾ ਵੀ ਪੜ੍ਹਾਈ ਸੌਖੀ ਆ, ਬਾਕੀ ਸਾਰੇ ਕੰਮ ਔਖੇ ਆ। ਇੱਦਾਂ ਦਾ ਤੁਹਾਡਾ ਮਾਈਂਡ ਸੈੱਟ ਮੈਂ ਕਰ ਦੂੰਗੀ। ਜਦੋਂ ਅਸੀਂ ਧਰਤੀ ਦੇ ਪ੍ਰਮੁੱਖ ਮੰਡਲਾਂ ਦੇ ਵਿੱਚੋਂ ਵਾਯੂਮੰਡਲ ਤੇ ਆਉਣੇ ਆ, ਵਾਯੂਮੰਡਲ ਦੇ ਵਿੱਚ ਸਾਡਾ ਅਸ਼ਾਂਤ ਮੰਡਲ, ਸਾਡਾ ਸਮਤਾਪ ਮੰਡਲ, ਸਾਡਾ ਮੱਧਵਰਤੀ ਮੰਡਲ, ਸਾਡਾ ਤਾਪ ਮੰਡਲ, ਸਾਡਾ ਬਾਹਰੀ ਮੰਡਲ, ਜਿਨ੍ਹਾਂ ਨੂੰ ਅਸੀਂ ਵਾਯੂਮੰਡਲ ਦੀਆਂ ਪਰਤਾਂ ਦੇ ਨਾਮ ਨਾਲ ਜਾਣਦੇ ਆ। ਠੀਕ ਹੈ, ਇਹ ਆ ਜਾਂਦੇ ਨੇ। ਠੀਕ ਹੈ, ਹੁਣ ਇਸ ਤੋਂ ਬਾਅਦ ਸਾਡੇ ਧਰਤੀ ਦੇ ਪ੍ਰਮੁੱਖ ਪਰਮੰਡਲਾਂ ਵਿੱਚੋਂ ਸਾਡਾ ਤੀਜੇ ਨੰਬਰ ਤੇ ਆ ਜਾਂਦਾ ਵਾ ਸਾਡਾ ਜਲ ਮੰਡਲ। ਜਲ ਮੰਡਲ ਦੇ ਵਿੱਚ ਸਾਡੇ ਮਹਾਸਾਗਰ, ਸਾਡੀਆਂ ਝੀਲਾਂ, ਹਿਮ ਨਦੀਆਂ ਕੀ ਹੁੰਦੀਆਂ ਪਤਾ ਨਾ? ਗਲੇਸ਼ੀਅਰ। ਠੀਕ ਹੈ, ਗਲੇਸ਼ੀਅਰ, ਭੂਮੀਗਤ ਜਲ, ਨਦੀਆਂ। ਤੇ ਤੁਸੀਂ ਇਹ ਸੋਚੋ ਵੀ ਧਰਤੀ ਦੇ ਪ੍ਰਮੁੱਖ ਪਰਮੰਡਲ ਜਿਹੜੇ ਬੰਦੇ ਨੇ ਪੜ੍ਹ ਲਏ ਐ ਪੂਰਾ ਬਰੀਕੀ ਨਾਲ, ਜਿਹੜੇ ਬੱਚੇ ਨੇ, ਕਿੰਨੇ ਜ਼ਿਆਦਾ ਕੁਐਸਚਨ ਤੁਹਾਡੇ ਹੱਲ ਹੋਣਗੇ, ਚਾਹੇ ਵਾਯੂਮੰਡਲ ਦੇ ਹੋਣ, ਚਾਹੇ ਕੋਈ ਮਹਾਦੀਪ ਦਾ ਕੁਐਸਚਨ। ਆਹ ਦੇਖਣ ਨੂੰ ਤੁਹਾਨੂੰ ਛੋਟਾ ਲੱਗ ਰਿਹਾ, ਇੱਥੇ ਮੈਂ ਲਿਖਿਆ ਹੀ ਕਿਉਂਕਿ ਮੈਂ ਵਰਗ ਵੰਡ ਕੀਤੀ ਆ। ਇੱਥੇ ਤੁਹਾਨੂੰ ਲੱਗ ਰਿਹਾ ਹੋਊਗਾ ਬਹੁਤ ਹੀ ਛੋਟਾ ਜਿਹਾ ਹੈ, ਇਹ ਤੇ ਬੜਾ ਆਸਾਨ, ਇਹ ਤਾਂ ਬੜਾ ਜਿਹੜਾ ਵਾ ਛੋਟਾ ਨਹੀਂ ਆ। ਕਿਉਂਕਿ ਅਜੇ ਮੈਂ ਤੁਹਾਨੂੰ ਵਰਗ ਵੰਡ ਕਰਵਾ ਰਹੀ ਆ। ਇਹ ਜਿਹੜਾ 5ਵਾਂ ਚੈਪਟਰ ਆ ਨਾ, ਇਹ ਆਪਣਾ ਅੱਜ ਹੀ ਖਤਮ ਨਹੀਂ ਹੋ ਜਾਣਾ।
ਇਹ ਆਪਣਾ ਚੈਪਟਰ ਘੱਟੋ ਘੱਟ 4-5 ਦਿਨ ਚੱਲਣਾ। ਪਤਾ ਕਿਉਂ 4-5 ਦਿਨ ਚੱਲਣਾ? ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਰਵਾਉਂਗੀ ਭੂ-ਮੰਡਲ। ਭੂ-ਮੰਡਲ ਦੇ ਵਿੱਚ ਆਪਾਂ ਮਹਾਂਦੀਪ ਪੜ੍ਹਨੇ, ਇੱਕ ਇੱਕ ਏਸ਼ੀਆ ਮਹਾਂਦੀਪ ਦੇ ਬਾਰੇ ਪੂਰਾ ਡਿਟੇਲ ਦੇ ਵਿੱਚ। ਏਸ਼ੀਆ ਮਹਾਂਦੀਪ ਕੀ ਇਹਦੀ ਲੋਕੇਸ਼ਨ ਆ, ਕੀ ਇਹਦੇ ਹੈਗੇ ਨੇ ਹਨਾ, ਸਾਰਾ ਕੁਝ ਏਸ਼ੀਆ ਦੀ ਪੂਰੀ ਡਿਟੇਲ। ਯੂਰਪ ਬਾਰੇ ਸਾਰੀ ਡਿਟੇਲ, ਅਫਰੀਕਾ ਅਮਰੀਕਾ ਜਿੰਨੇ ਵੀ ਸਾਡੇ ਮਹਾਂਦੀਪ ਆ ਉਹਦੀ ਡਿਟੇਲ ਕਰਵਾਉਂਗੀ। ਉਸ ਤੋਂ ਬਾਅਦ ਜਦੋਂ ਅਸੀਂ ਮਹਾਸਾਗਰਾਂ ਤੇ ਆ ਗਏ, ਮਹਾਸਾਗਰ ਬੇਸਨ ਆ, ਇੱਥੇ ਮਹਾਸਾਗਰ ਜਲ ਮੰਡਲ ਦੇ ਵਿੱਚ ਵੀ ਇਨਕਲੂਡ ਹੁੰਦੇ ਆ, ਭੂ-ਮੰਡਲ ਦੇ ਵਿੱਚ ਛੋਟੇ ਸਥਲ ਰੂਪ ਦੇ ਵਿੱਚ ਆਉਂਦੇ ਆ ਇਹ, ਠੀਕ ਹੈ, ਕਨਫਿਊਜ਼ ਨਾ ਹੋਇਓ। ਜਦੋਂ ਮੈਂ ਤੁਹਾਨੂੰ ਮਹਾਸਾਗਰ ਪੜਾਉਂਗੀ, ਹਿੰਦ ਮਹਾਸਾਗਰ ਬਾਰੇ ਸਾਰੀ ਡਿਟੇਲ ਕਰਵਾਉਂਗੀ, ਪ੍ਰਸ਼ਾਂਤ ਮਹਾਸਾਗਰ ਬਾਰੇ ਸਾਰੀ ਡਿਟੇਲ ਕਰਵਾਉਂਗੀ ਇਸ ਤਰੀਕੇ ਦੇ ਨਾਲ। ਸੋ ਮਤਲਬ ਇਹ ਵੀ ਸਾਡੀ ਇੱਕ ਵੀਡੀਓ ਹੋ ਜੂਗੀ ਮਹਾਦੀਪਾਂ ਦੀ, ਇੱਕ ਵੀਡੀਓ ਸਾਡੀ ਹੋ ਜੂਗੀ ਮਹਾਸਾਗਰਾਂ ਦੀ। ਮੰਨ ਕੇ ਚਲੋ ਭੂ-ਮੰਡਲ ਦੀਆਂ ਹੀ ਸਾਡੀਆਂ 2 ਵੀਡੀਓ ਹੋ ਗਈਆਂ, ਕੱਲੇ ਭੂ-ਮੰਡਲ ਦੀਆਂ ਸਾਡੀਆਂ ਕਿੰਨੀਆਂ ਕਲਾਸਾਂ ਹੋ ਗਈਆਂ? 2 ਕਲਾਸਾਂ ਹੋ ਗਈਆਂ। ਅੱਗੇ ਆ ਜਾਓ ਵਾਯੂਮੰਡਲ ਤੇ। ਚਲੋ ਜਦੋਂ ਅਸੀਂ ਵਾਯੂਮੰਡਲ ਦੀ ਗੱਲ ਕਰਦੇ ਹਾਂ ਤਾਂ ਵਾਯੂਮੰਡਲ ਤੇ ਸਾਡੇ ਵਾਯੂਮੰਡਲ ਦੀਆਂ ਪਰਤਾਂ ਇਹ ਸਾਡੀਆਂ ਇੱਕ ਹੀ ਵੀਡੀਓ ਦੇ ਵਿੱਚ ਆ ਜਾਣਗੀਆਂ। ਅਸ਼ਾਂਤ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ, ਇਹਨੂੰ ਮੈਂ 2 ਤਰੀਕੇ ਦੇ ਨਾਲ ਕਰਵਾਉਂਗੀ। ਇੱਕ ਤਾਂ ਉੱਪਰੋਂ ਨੀਚੇ ਤੱਕ ਜਿਹੜਾ ਕੀ ਇਹਦਾ ਸੀਕੁਐਂਸ ਆ, ਤੇ ਨੀਚੋਂ ਉੱਪਰ ਤੱਕ ਇਹਦਾ ਕੀ ਸੀਕੁਐਂਸ ਆ, ਕਿਉਂਕਿ ਸਾਨੂੰ ਵਾਯੂਮੰਡਲ ਦੀਆਂ ਪਰਤਾਂ ਜਿਹੜੀਆਂ ਵਾ ਉਹ 2 ਤਰੀਕੇ ਦੇ ਨਾਲ ਪੁੱਛੀਆਂ ਜਾਂਦੀਆਂ, ਠੀਕ ਆ। ਸਾਨੂੰ ਸੀਕੁਐਂਸ ਜਿਹੜਾ ਵਾ 2 ਤਰੀਕੇ ਦੇ ਨਾਲ ਪਤਾ ਹੋਣਾ ਚਾਹੀਦਾ। ਬ੍ਰਹਿਮੰਡ ਤੋਂ ਸ਼ੁਰੂ ਹੋ ਕੇ ਧਰਤੀ ਤੱਕ ਤੇ ਧਰਤੀ ਤੋਂ ਸ਼ੁਰੂ ਹੋ ਕੇ ਵਾਯੂਮੰਡਲ ਤੱਕ 2 ਤਰੀਕੇ ਦੇ ਨਾਲ ਸਾਨੂੰ ਸੀਕੁਐਂਸ ਯਾਦ ਹੋਣਾ ਚਾਹੀਦਾ। ਦੋਨੋਂ ਤਰੀਕੇ ਨਾਲ ਕਰਵਾਉਂਗੀ। ਕੁੱਲ ਮਿਲਾ ਕੇ ਸਾਡੀ ਭੂ-ਮੰਡਲ ਵਾਯੂਮੰਡਲ ਨੂੰ ਪਾ ਕੇ ਸਾਡੀਆਂ ਕਿੰਨੀਆਂ ਕਲਾਸਾਂ ਹੋ ਗਈਆਂ? 3 ਕਲਾਸਾਂ ਹੋ ਗਈਆਂ, ਠੀਕ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਜਲ ਮੰਡਲ ਤੇ। ਜਲ ਮੰਡਲ ਤੇ ਚਲੋ ਮਹਾਸਾਗਰਾਂ ਵਾਲਾ ਨਿਬੜ ਗਿਆ, ਇੱਥੇ ਹੀ ਨਿਬੇੜ ਦੇਣਾ, ਮਹਾਸਾਗਰਾਂ ਵਾਲਾ ਨਿਬੜ ਗਿਆ। ਉਸ ਤੋਂ ਬਾਅਦ ਮੈਂ ਤੁਹਾਨੂੰ ਝੀਲਾਂ ਕਰਾਉਂਗੀ, ਜਿਹੜੀਆਂ ਸਾਡੀਆਂ ਇੰਪੋਰਟੈਂਟ ਝੀਲਾਂ ਵਾ। ਇੱਕ ਕਲਾਸ ਸਾਡੀ ਪੂਰੀ ਝੀਲਾਂ ਦੀ ਹੋਊਗੀ, ਜਿੰਨੀਆਂ ਵੀ ਇੰਪੋਰਟੈਂਟ ਝੀਲਾਂ ਉਹ ਸਾਰੀਆਂ ਕਰਾਉਂਗੀ, ਜਿਨ੍ਹਾਂ ਵਿੱਚ ਸਾਡੇ ਪੀਐਸਟੈਟ ਦੇ ਪੇਪਰ ਵਿੱਚ ਦੇਖਾਂਗੇ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਝੀਲਾਂ ਜਿਹੜੀਆਂ ਉਹ ਪੁੱਛੀਆਂ ਗਈਆਂ, ਉਹਦੇ ਆਧਾਰ ਤੇ ਕੁਝ ਹੋਰ ਇੰਪੋਰਟੈਂਟ ਝੀਲਾਂ ਸੀਕੁਐਂਸ ਵਾਈਜ਼ ਮੈਂ ਤੁਹਾਨੂੰ ਕਰਾ ਦੂੰਗੀ, ਠੀਕ ਆ। ਉਸ ਤੋਂ ਬਾਅਦ ਕੁਝ ਝੀਲਾਂ ਤੇ ਹਿਮ ਨਦੀਆਂ ਆਪਾਂ ਇਕੱਠਾ ਹੀ ਕਰ ਲਾਂਗੇ, ਠੀਕ ਹੈ। ਇਹਨਾਂ ਨੂੰ ਮੈਂ ਇੱਕੋ ਹੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਰਵਾ ਦੂੰਗੀ। ਉਸ ਤੋਂ ਬਾਅਦ ਭੂਮੀਗਤ ਜਲ ਦੇ ਵਿੱਚ ਸਾਡੀਆਂ ਕੀ ਆ ਜਾਂਦੀਆਂ ਵਾ? ਸਾਡਾ ਨਦੀਆਂ। ਤੇ ਜਦੋਂ ਅਸੀਂ ਨਦੀਆਂ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਨਦੀਆਂ ਦਾ ਕਨਸੈਪਟ ਕੋਈ ਔਖਾ ਨਹੀਂਗਾ, ਸੌਖਾ ਨਹੀਂਗਾ, ਕਿਉਂਕਿ ਨਦੀਆਂ ਸੌਖਾ ਤੇ ਹੈਗਾ ਪਰ ਛੋਟਾ ਨਹੀਂਗਾ। ਕਿਉਂਕਿ ਨਦੀਆਂ ਦੀ ਜਦੋਂ ਅਸੀਂ ਗੱਲ ਕਰਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਉਂਗੀ ਭਾਰਤ ਦਾ ਪੂਰਾ ਨਦੀ ਤੰਤਰ, ਕਿਹੜੀਆਂ ਹਿਮਾਲਯਨ ਰਿਵਰ ਆ, ਕਿਹੜੀਆਂ ਮੌਸਮੀ ਰਿਵਰ ਆ ਹਨਾ, ਕਿਹੜੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ, ਕਿਹੜੀਆਂ ਅਰਬ ਸਾਗਰ ਵਿੱਚ ਡਿੱਗਦੀਆਂ ਹਨਾ, ਕਿਹੜੀ ਨਦੀ ਭਾਰਤ ਵਿੱਚ ਵਹਿੰਦੀ ਹੈ, ਕਿਹੜੀ ਨਦੀ ਭਾਰਤ ਵਿੱਚ ਨਹੀਂ ਵਹਿੰਦੀ, ਕਿਹੜੀ ਪਵਿੱਤਰ ਨਦੀ ਆ, ਕਿਹੜੀ ਵੱਡੀ ਨਦੀ ਆ, ਏਦਾਂ ਕਰਕੇ ਸਾਰਾ। ਯਾਨੀ ਕਿ ਨਦੀਆਂ, ਭੂਮੀਗਤ ਜਲ ਤੇ ਨਦੀਆਂ ਵਾਲੀ ਸਾਡੀ ਜਿਹੜੀ ਆ ਉਹ ਵੀਡੀਓ ਇੱਕ ਅਲੱਗ ਹੋ ਜਾਊਗੀ। ਹੁਣ ਜਿਹੜੇ ਤਾਂ ਇਸ ਚੀਜ਼ ਨੂੰ ਵੇਖ ਕੇ ਸੋਚ ਰਹੇ ਸੀ ਵੀ ਲੈ ਇਹ ਤੇ ਏਡੀ ਨਿੱਕੀ ਜਿਹੀ ਗੱਲ ਆ, ਧਰਤੀ ਦੇ ਪਰਮੰਡਲ ਬਸ ਨਿਬੜ ਗਏ, ਨਿਬੜੇ ਨਹੀਂ। ਇਹ ਟੌਪਿਕ ਬਹੁਤ ਵੱਡਾ ਵਾ। 2 ਕਲਾਸਾਂ ਸਾਡੀਆਂ ਭੂ-ਮੰਡਲ ਦੀਆਂ ਹੋ ਗਈਆਂ, ਇੱਕ ਸਾਡੀ ਮਹਾਦੀਪ ਦੀ, ਇੱਕ ਸਾਡੀ ਮਹਾਸਾਗਰਾਂ ਦੀ, 2 ਹੋ ਗਈਆਂ। ਉਸ ਤੋਂ ਬਾਅਦ ਇੱਕ ਕਲਾਸ ਸਾਡੀ ਹੋ ਗਈ ਵਾਯੂਮੰਡਲ ਦੀ, ਟੋਟਲ 3 ਹੋ ਗਈਆਂ। ਉਸ ਤੋਂ ਬਾਅਦ ਸਾਡੀ ਹਿਮ ਨਦੀਆਂ ਤੇ ਗਲੇਸ਼ੀਅਰ ਝੀਲਾਂ ਹਨਾ, ਗਲੇਸ਼ੀਅਰ ਤੇ ਝੀਲਾਂ ਬਾਰੇ ਇੱਕ ਵੀਡੀਓ, 4 ਕਲਾਸਾਂ ਹੋ ਗਈਆਂ। ਤੇ 5ਵੀਂ ਸਾਡੀ ਵੀਡੀਓ ਹੋ ਗਈ ਭਾਰਤ ਦਾ ਨਦੀ ਤੰਤਰ। ਤੇ ਮੈਂ ਤੁਹਾਨੂੰ ਦੱਸ ਕੇ ਗਈ ਵੀ ਜਿਹੜਾ ਸਾਡਾ ਧਰਤੀ ਦੇ ਪ੍ਰਮੁੱਖ ਪਰਮੰਡਲ ਆ ਇਹ ਕਿੰਨੇ ਦਿਨ ਚੱਲੂਗਾ? 5 ਦਿਨ ਚੱਲੂਗਾ। ਤੇ ਜਦੋਂ 5 ਦਿਨ ਚੱਲਿਆ ਤੇ ਤੁਸੀਂ ਇਹ ਸੋਚੋ ਵੀ ਤੁਹਾਡੇ ਕਿੰਨੇ ਕਨਸੈਪਟ ਕਲੀਅਰ ਹੋਣਗੇ ਇੱਥੋਂ। ਇਹ ਜਿਹੜਾ ਸਾਡਾ 5ਵਾਂ ਚੈਪਟਰ ਆ ਨਾ, NCERT 6ਵੀਂ ਕਲਾਸ ਦਾ 5ਵਾਂ ਚੈਪਟਰ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਜ਼ਿਆਦਾ ਲੈਂਥੀ ਚੈਪਟਰ ਆ ਤੇ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਕਲੀਅਰ ਹੋਣੀਆਂ ਜਦੋਂ ਅਸੀਂ ਧਰਤੀ ਦੇ ਪਰਮੰਡਲਾਂ ਦੀ ਗੱਲ ਕਰਦੇ ਹਾਂ, ਠੀਕ ਆ। ਉਮੀਦ ਆ ਇੱਥੋਂ ਤੱਕ ਤੁਹਾਡੇ ਸਾਰੇ ਡਾਊਟ ਛੱਕ ਛੰਕੇ ਤੁਹਾਡੇ ਹੋ ਕੇ ਹੋਣਗੇ ਦੂਰ। ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੁਆਇੰਟ ਆ ਇਸ ਚੈਪਟਰ ਦੇ ਵਿੱਚ ਜਿਹੜਾ ਵਾ ਮਹਾਦੀਪਾਂ ਦਾ ਜ਼ਿਕਰ ਆ, ਮਹਾਸਾਗਰਾਂ ਦਾ ਜ਼ਿਕਰ ਆ, ਸ਼ਾਂਤ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ, ਤਾਪ ਮੰਡਲ, ਬਾਹਰੀ ਮੰਡਲ। ਚਲੋ ਇਹ ਤਾਂ ਮੈਂ ਤੁਹਾਨੂੰ ਦੱਸਤਾ ਵੀ ਆਪਾਂ ਇਹਨਾਂ ਨੂੰ ਇੱਕ ਸਿੰਗਲ ਕਲਾਸ ਦੇ ਵਿੱਚ ਕਰਨਾ, ਪਰ ਇਸ ਤੋਂ ਪਹਿਲਾਂ ਆਪਾਂ ਜਾਣਦੇ ਆ ਉਹ ਵਾਲੇ ਪੁਆਇੰਟ ਤੇ। ਕੁਝ ਗ੍ਰੀਕ ਭਾਸ਼ਾ ਦੇ ਸ਼ਬਦ ਜਿਓਗ੍ਰਾਫੀ ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਆ, ਠੀਕ ਹੈ। ਵੈਸੇ ਤੁਹਾਨੂੰ ਕੋਈ ਵੀ ਇੱਕ ਮੈਂ ਤੁੱਕਾ ਦੱਸਣ ਲੱਗੀ ਆ, ਕਈ ਬੱਚੇ ਤੁੱਕਾ ਲਾਉਣ 'ਚ ਬੜਾ ਰੱਖਦੇ ਆ,
पता वो तुक्का की, वैसे तुक्का नहीं है, वो स्मार्ट वर्क ये आ, वो ਇਹ ਆ ਵੀ ਜੀਓਗ੍ਰਾਫੀ ਦੇ ਵਿੱਚ ਸਾਨੂੰ ਜ਼ਿਆਦਾਤਰ ਕੋਈ ਸ਼ਬਦ ਮਿਲਦੇ ਆ ਤੇ ਕਿਹਾ ਜਾਂਦਾ ਜੀ ਇਹ ਗ੍ਰੀਕ ਭਾਸ਼ਾ ਦਾ ਸ਼ਬਦ ਆ। ਪਤਾ ਕਿਉਂ? ਕਿਉਂਕਿ ਜੀਓਗ੍ਰਾਫੀ ਤੇ ਜ਼ਿਆਦਾਤਰ ਜਿਹੜੇ ਲੋਕਾਂ ਨੇ ਕੰਮ ਕੀਤਾ ਜੀਓਗ੍ਰਾਫੀ ਦੇ ਮਾਮਲੇ ਦੇ ਵਿੱਚ ਹਨਾ, ਧਰਤੀ ਦੇ ਬਾਰੇ, ਬ੍ਰਹਿਮੰਡ ਦੇ ਬਾਰੇ, ਜਿੰਨਾ ਵੀ ਜੀਓਗ੍ਰਾਫੀ ਦੇ ਬਾਰੇ ਜਿਹੜੇ ਵਿਗਿਆਨੀਆਂ ਨੇ ਕੰਮ ਕੀਤਾ ਉਹ ਵਿਗਿਆਨੀ ਕਿੱਥੋਂ ਦੇ ਸੀਗੇ? ਗ੍ਰੀਕ ਵਿਗਿਆਨੀ ਸੀਗੇ ਉਹ। ਠੀਕ ਹੈ, ਤਾਂ ਕਰਕੇ ਗ੍ਰੀਕ ਸ਼ਬਦ ਸਾਨੂੰ ਜ਼ਿਆਦਾ ਮਿਲਦੇ ਆ। ਸੋ ਮੈਂ ਤੁਹਾਨੂੰ ਕਰਾਉਣੀ ਆ ਅੱਗੇ, ਕਿਉਂਕਿ ਚੈਪਟਰ ਦੇ ਵਿੱਚ ਸਾਨੂੰ ਥੋੜੇ ਜਿਹੇ ਗ੍ਰੀਕ ਸ਼ਬਦ ਇਹਨਾਂ ਨੇ ਦਿੱਤੇ ਆ ਤੇ ਐਦਾਂ ਤੇ ਹੋ ਨਹੀਂ ਸਕਦਾ ਵੀ ਮੈਂ ਉਹਨਾਂ ਨੂੰ ਛੱਡਾਂ। ਇਹ ਜਿਹੜੇ ਗ੍ਰੀਕ ਸ਼ਬਦ ਆ ਇਹਨਾਂ ਨੂੰ ਤੁਸੀਂ ਨੋਟ ਕਰਕੇ ਰੱਖ ਲਓ, ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਕਿਉਂ? ਕਿਉਂਕਿ ਇਹ ਸਾਡੇ ਸ਼ਬਦ ਦਿੱਤੇ ਹੋਏ ਨੇ NCERT ਦੇ ਵਿੱਚ। ਹਿੰਦੀ ਦੇ ਵਿੱਚ ਉਹਨਾਂ ਨੇ ਲਿਖਿਆ ਵਾ ਇਸ ਤਰੀਕੇ ਦੇ ਨਾਲ, ਠੀਕ ਹੈ, ਦੋਨੋਂ ਲੈਂਗੁਏਜ ਦੇ ਵਿੱਚ ਲਿਖ ਲਓ ਲਿਥਾਸ। ਲਿਥਾਸ ਦਾ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਮਤਲਬ ਕੀ ਹੈਗਾ ਆ? ਪੱਥਰ। ਕੀ? ਪੱਥਰ। ਆ ਜਿਹੜੇ ਜਿੰਨੇ ਵੀ ਸ਼ਬਦ ਮੈਂ ਲਿਖੇ ਆ ਇਹ ਕਿਹੜੀ ਭਾਸ਼ਾ ਦੇ ਸ਼ਬਦ ਨੇ? ਗ੍ਰੀਕ ਭਾਸ਼ਾ ਦੇ ਸ਼ਬਦ ਨੇ। ਲਿਥਾਸ ਦਾ ਮੀਨਿੰਗ ਕੀ ਆ? ਪੱਥਰ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸ਼ਬਦ ਨੇ, ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ। ਏਟ ਮਾਸ। ਏਟ ਮਾਸ ਜਿਹੜਾ ਵਾ ਇਹਨਾਂ ਨੇ ਹਿੰਦੀ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਲਿਖਿਆ ਵਾ ਏਟ ਮਾਸ। ਏਟ ਮਾਸ ਦਾ ਜਿਹੜਾ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਅਰਥ ਬਣਦਾ ਉਹ ਬਣਦਾ ਆ ਵਾਸ਼ਪ। ਵਾਸ਼ਪ, ਵਾਸ਼ਪੀਕਰਨ ਨਹੀਂ ਹੁੰਦਾ, ਵਾਸ਼ਪੀਕਰਨ ਪਾਣੀ ਦਾ ਵਾਸ਼ਪੀਕਰਨ, ਉਹ ਵਾਸ਼ਪ। ਉਸ ਤੋਂ ਬਾਅਦ ਹੁਡਰੂ। ਤੁਹਾਨੂੰ ਜਾਣ ਕੇ ਹੈਰਾਨੀ ਹੋ ਜੂਗੀ ਵੀ ਪਾਣੀ ਨੂੰ, ਜਲ ਨੂੰ, ਪਾਣੀ ਨੂੰ ਗ੍ਰੀਕ ਲੋਕ ਕੀ ਕਹਿੰਦੇ ਸੀ? ਹੁਡਰੂ ਕਹਿੰਦੇ ਹੁੰਦੇ ਸੀ ਉਹ ਪਾਣੀ ਨੂੰ। ਠੀਕ ਆ, ਸੋ ਹੁਡਰੂ ਉਹਨਾਂ ਨੇ ਲਿਖਿਆ ਵਾ ਇਸ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ ਹੁਡਰੂ। ਠੀਕ ਆ, ਇਹ ਜਿਹੜਾ ਹੁਡਰੂ ਆ ਇਹਦਾ ਸਾਡਾ ਪੰਜਾਬੀ ਭਾਸ਼ਾ ਦੇ ਵਿੱਚ ਅਰਥ ਆ ਜਲ ਜਾਂ ਪਾਣੀ। ਉਸ ਤੋਂ ਬਾਅਦ ਸਾਡਾ ਅਗਲਾ ਸ਼ਬਦ ਹੈਗਾ ਆ ਬਾਇਓਸ। ਇਹਨਾਂ ਨੇ ਹਿੰਦੀ ਦੇ ਵਿੱਚ ਕਿੱਦਾਂ ਲਿਖਿਆ ਵਾ? ਇਸ ਤਰੀਕੇ ਦੇ ਨਾਲ ਬਾਓਸ। ਬਾਓਸ। ਬਾਇਓਸ ਦਾ ਮਤਲਬ ਕੀ ਆ? ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਜੀਵਨ। ਮੈਨੂੰ ਨਹੀਂ ਲੱਗਦਾ ਇਹ ਸ਼ਬਦ ਜਿਹੜੇ ਤੁਹਾਨੂੰ ਪਹਿਲਾਂ ਪਤਾ ਹੋਣਗੇ। ਜਦੋਂ ਸਾਨੂੰ ਐਦਾਂ ਦੀ ਜੀਓਗ੍ਰਾਫੀ ਆ ਜਾਂਦੀ ਆ ਨਾ ਪੇਪਰ ਦੇ ਵਿੱਚ, ਅਸੀਂ ਸੋਚਦੇ ਹਾਂ ਵੀ ਯਾਰ ਜੀਓਗ੍ਰਾਫੀ ਪਤਾ ਨਹੀਂ ਕਿੱਥੋਂ ਆ ਗਈ। ਸੋ ਜੀਓਗ੍ਰਾਫੀ ਕਿਤੇੋਂ ਨਹੀਂ ਆਉਂਦੀ। NCERT ਤੇ ਪੰਜਾਬ ਬੋਰਡ ਦੋਨੋਂ ਦਾ ਮਿਕਸ ਕਰਕੇ ਪੜ੍ਹੋ। ਜਿਹੜੇ ਬੱਚੇ ਮੇਰੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਮੈਂ ਇੱਕ ਵਾਰੀ ਕਹਿੰਦੀ ਆ ਵੀ ਮੈਂ ਜੀਓਗ੍ਰਾਫੀ, ਹਿਸਟਰੀ, ਪੋਲਿਟੀ, SST ਦੇ ਸਾਡੇ ਤਿੰਨੋਂ ਹੀ ਸਬਜੈਕਟ ਮੈਂ ਐਨਾਲਿਸਿਸ ਕਰਕੇ ਕਰਵਾਏ ਆ, ਪੰਜਾਬ ਬੋਰਡ ਤੋਂ ਵੀ ਤੇ NCERT ਤੋਂ ਵੀ। ਠੀਕ ਆ, ਸੋ ਜੇਕਰ ਆਏ ਹੋ ਪਹਿਲੀ ਵਾਰੀ ਚੈਨਲ ਤੇ ਸਬਸਕ੍ਰਾਈਬ ਕਰ ਲੈਣਾ, ਸਾਰੀਆਂ ਪਲੇਲਿਸਟਾਂ ਚੈੱਕ ਕਰ ਲਿਓ, ਇੱਕ ਇੱਕ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਲਿਥਾਸ, ਏਟਮਾਸ, ਹੁਡਰੂ, ਬਾਇਓਸ। ਵੇਖੋ ਜੀਵਨ ਨੂੰ ਬਾਇਓਸ ਕਹਿੰਦੇ ਸੀ ਇਹ, ਹਨਾ। ਇਹ ਜਿਹੜੇ ਸ਼ਬਦ ਜਿਹੜੇ ਨੇ ਇਹ ਗ੍ਰੀਕ ਭਾਸ਼ਾ ਦੇ ਸ਼ਬਦ ਨੇ। ਲਿਥਾਸ ਦਾ ਪੰਜਾਬੀ ਦੇ ਵਿੱਚ ਮਤਲਬ ਪੱਥਰ ਆ। ਏਟਮਾਸ ਦਾ ਮਤਲਬ ਵਾਸ਼ਪ ਆ। ਹੁਡਰੂ ਦਾ ਮੀਨਿੰਗ ਜਿਹੜਾ ਜਲ ਜਾਂ ਪਾਣੀ ਆ। ਬਾਇਓਸ ਦਾ ਮਤਲਬ ਕੀ ਆ? ਜੀਵਨ ਆ। ਉਸ ਤੋਂ ਬਾਅਦ ਨਾ 3 ਕੰਟਰੀਆਂ ਦੇ ਬੰਦੇ ਬੜੇ ਇੰਪੋਰਟੈਂਟ ਆ। ਪਤਾ ਕਿਉਂ? ਕਿਉਂਕਿ ਉਹ ਸਾਨੂੰ ਪੇਪਰ ਦੇ ਵਿੱਚ ਪੁੱਛੇ ਗਏ ਆ। ਪੁੱਛੇ ਵੀ ਕਿੱਥੋਂ ਗਏ ਆ? ਆਹ ਵਾਲੀ NCERT ਦੀ ਬੁੱਕ ਤੋਂ। ਪਤਾ ਕਿਹੜੇ ਬੰਦੇ? ਮਾਊਂਟ ਐਵਰੈਸਟ ਤੇ ਚੜ੍ਹਨ ਵਾਲੇ। ਮਾਊਂਟ ਐਵਰੈਸਟ ਸਾਰਾ ਤੁਹਾਨੂੰ ਮੈਂ ਸਮਝਾਉਂਗੀ ਇਹਦੇ ਬਾਰੇ ਵੀ ਸਾਰਾ, ਫਿਲਹਾਲ ਤੁਸੀਂ ਨੋਟ ਕਰ ਲਿਓ। ਮਾਊਂਟ ਐਵਰੈਸਟ ਜਿਹੜੀ ਸਾਡੀ ਚੋਟੀ ਆ ਨਾ, ਸਭ ਤੋਂ ਉੱਚੀ ਚੋਟੀ ਆ। ਜੇਕਰ ਇਹਦੇ ਵਿੱਚ ਨਾ ਸਾਨੂੰ 3 ਕੰਟਰੀਆਂ ਦਾ ਪੁੱਛਿਆ ਜਾਂਦਾ ਵੀ ਕਿਹੜੀ ਕਿਹੜੀ ਕੰਟਰੀ ਦਾ ਬੰਦਾ, ਹਨਾ। ਇੱਕ ਤਾਂ ਸਾਨੂੰ ਸਾਡੇ ਭਾਰਤ ਦਾ ਹੀ ਪੁੱਛਿਆ ਜਾਊਗਾ, ਕਿਹੜਾ ਬੰਦਾ ਪਹਿਲੀ ਵਾਰੀ ਗਿਆ ਸੀ ਜਾਂ ਕਿਹੜੀ ਮਹਿਲਾ ਜਿਹੜੀ ਆ ਔਰਤ ਪਹਿਲੀ ਵਾਰੀ ਗਈ ਸੀ। ਇੱਕ ਸਾਨੂੰ ਨਿਊਜ਼ੀਲੈਂਡ ਦਾ ਪੁੱਛਿਆ ਜਾਊਗਾ। ਠੀਕ ਆ, ਪੁੱਛਿਆ ਜਾਊਗਾ ਨਹੀਂ ਮਤਲਬ ਪੁੱਛਿਆ ਜਾ ਸਕਦਾ ਵਾ। ਤੇ ਇੱਕ ਜਾਪਾਨ, ਕਿਉਂਕਿ ਕੰਟਰੀਆਂ ਹੀ ਇਹ 3 ਆ ਜਿਨ੍ਹਾਂ ਦੇ ਬੰਦੇ ਜਿਹੜੇ ਨੇ ਮਾਊਂਟ ਐਵਰੈਸਟ ਤੇ ਗਏ ਨੇ। ਸਾਡੇ ਭਾਰਤ ਦੇ ਗਏ ਨੇ 2 ਜਾਣੇ, ਨਿਊਜ਼ੀਲੈਂਡ ਦਾ ਗਿਆ ਵਾ, ਜਾਪਾਨ ਦਾ ਗਿਆ ਵਾ। ਹੁਣ ਇਹਨਾਂ 3 ਬੰਦਿਆਂ ਦੇ ਨਾਮ ਨੋਟ ਕਰ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹ ਜਿਹੜੇ ਬੰਦੇ ਆ ਨਾ 2,
ਇੱਕ ਤਾਂ ਨਿਊਜ਼ੀਲੈਂਡ ਦਾ, ਇੱਕ ਸਾਡੇ ਭਾਰਤ ਦਾ। ਇਹ ਦੋਵੇਂ ਇਕੱਠੇ ਹੀ ਗਏ ਸੀ 29 ਮਈ 1953 ਨੂੰ। ਤਾਂ ਕਰਕੇ ਦੋਵੇਂ ਬੰਦੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਬਹੁਤੇ ਬੱਚੇ ਮਹਿਲਾ ਇਹਦਾ ਕੱਲਾ ਨਾਮ ਜਾਣਦੇ ਹੋਣਗੇ। ਬਚੇਂਦਰੀ ਪਾਲ ਭਾਰਤ ਦੀ ਪਹਿਲੀ ਮਹਿਲਾ ਹੀ ਜਿਹੜੀ ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਗਈ। ਪਰ ਬੰਦੇ ਦਾ ਨਾਮ ਵੀ ਜ਼ਰੂਰ ਯਾਦ ਰੱਖਣਾ, ਕਿਉਂਕਿ ਸਾਡੇ ਭਾਰਤ ਦੀ ਲੇਡੀ ਵੀ ਗਈ ਹੈ ਤੇ ਇੱਕ ਜੈਂਟਸ ਵੀ ਗਿਆ। ਸੋ ਐਡਮੰਡ ਹਿਲੌਰੀ ਇਹ ਨਿਊਜ਼ੀਲੈਂਡ ਦਾ ਸੀਗਾ। ਐਡਮੰਡ ਹਿਲੌਰੀ ਨਾਮ ਯਾਦ ਰੱਖਿਓ। ਐਡਮੰਡ ਹਿਲੌਰੀ ਇਹ ਨਿਊਜ਼ੀਲੈਂਡ ਦਾ ਸੀਗਾ। ਤੇ ਤੈਨਜਿੰਗ ਨੌਰਗੇ ਸ਼ੇਰਪਾ ਇਹ ਸਾਡੇ ਭਾਰਤ ਦਾ ਪਹਿਲਾ ਵਿਅਕਤੀ ਸੀ। ਭਾਰਤ ਦਾ ਪਹਿਲਾ ਵਿਅਕਤੀ ਸੀ, ਠੀਕ ਆ, ਜਿਹੜਾ ਕਿੱਥੇ ਗਿਆ? ਮਾਊਂਟ ਐਵਰੈਸਟ ਤੇ ਚੜਿਆ। ਠੀਕ ਹੈ, ਧਰਤੀ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਕਿਹੜੇ ਕਿਹੜੇ ਦੋ ਬੰਦੇ ਗਏ? ਇਹ ਇਕੱਠੇ ਗਏ ਸੀ। ਨਿਊਜ਼ੀਲੈਂਡ ਦਾ ਐਡਮੰਡ ਹਿਲੌਰੀ ਤੇ ਭਾਰਤ ਦਾ ਤੈਨਜਿੰਗ ਨੌਰਗੇ ਸ਼ੇਰਪਾ। ਮੈਨੂੰ ਨਹੀਂ ਲੱਗਦਾ ਤੁਹਾਨੂੰ ਇਹ ਪਤਾ ਹੋਊਗਾ, ਤੁਹਾਨੂੰ ਕੱਲਾ ਬਚੇਂਦਰੀ ਪਾਲ ਦਾ ਪਤਾ ਹੋਊਗਾ, ਪਰ ਇਹ ਜੈਂਟ ਸੀਗਾ ਸਾਡੇ ਭਾਰਤ ਦਾ। ਇਹਦਾ ਵੀ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ। 29 ਮਈ 1953 ਨੂੰ ਜਿਹੜਾ ਸੀ ਇਹ ਮਾਊਂਟ ਐਵਰੈਸਟ ਤੇ ਚੜੇ ਸੀ। ਉਸ ਤੋਂ ਬਾਅਦ ਬਚੇਂਦਰੀ ਪਾਲ ਜਿਹੜੀ ਸੀਗੀ ਇਹ ਭਾਰਤ ਦੀ ਪਹਿਲੀ ਮਹਿਲਾ ਸੀ ਮਾਊਂਟ ਐਵਰੈਸਟ ਤੇ ਚੜਨ ਵਾਲੀ। ਠੀਕ ਆ, ਇਹ ਗਈ ਸੀ 23 ਮਈ 1984 ਨੂੰ। 23 ਮਈ 1984 ਨੂੰ। 1984 ਤਾਂ 84 ਦਾ ਸਾਲ ਤਾਂ ਅਸੀਂ ਭੁੱਲ ਹੀ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ, ਬਸ ਤੁਹਾਨੂੰ ਯਾਦ ਰਹਿ ਜਾਊਗਾ। ਉਸ ਤੋਂ ਬਾਅਦ ਜੁੰਕੋ ਤਬੋਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਵੈਸੇ ਤਾਂ ਤਿੰਨੋਂ ਹੀ ਇੰਪੋਰਟੈਂਟ ਆ, ਪਰ ਜੁੰਕੋ ਤਬੋਈ ਪਹਿਲੇ ਨੰਬਰ ਤੇ ਜ਼ਿਆਦਾ ਇੰਪੋਰਟੈਂਟ ਆ। ਕਿਉਂ? ਕਿਉਂਕਿ ਵਿਸ਼ਵ ਦੀ ਪਹਿਲੀ ਮਹਿਲਾ, ਪੂਰੇ ਵਰਲਡ ਦੀ ਪਹਿਲੀ ਮਹਿਲਾ ਹੀ ਜਿਹੜੀ ਕਿ ਮਾਊਂਟ ਐਵਰੈਸਟ ਤੇ ਗਈ। ਬਚੇਂਦਰੀ ਪਾਲ ਜਿਹੜੀ ਆ ਇਹਦੇ ਤੋਂ ਮਗਰੋਂ ਗਈ ਆ, ਕਿਉਂਕਿ 1975 ਦਾ ਸਮਾਂ ਵਾ। ਠੀਕ ਹੈ, ਇਹ ਪਹਿਲਾਂ ਗਈ ਸੀ, ਇਸ ਕਰਕੇ ਇਹ ਕੀ ਬਣ ਗਈ? ਵਿਸ਼ਵ ਦੀ ਪਹਿਲੀ ਮਹਿਲਾ ਮਾਊਂਟ ਐਵਰੈਸਟ ਤੇ ਜਾਣ ਵਾਲੀ। ਇਹ ਕਿੱਥੋਂ ਦੀ ਸੀਗੀ? ਜਾਪਾਨ ਦੀ। ਨਾਮ ਯਾਦ ਰੱਖਣਾ ਦਾ ਬਹੁਤ ਈਜ਼ੀ ਆ। ਜਿੱਜੇ ਤੇ ਜੁੰਕੋ ਤਬੋਈ ਤੇ ਜਿੱਜੇ ਤੇ ਜਾਪਾਨ, ਬਸ ਨਾਮ ਯਾਦ ਰਹਿ ਜਾਊਗਾ। ਸੋ ਇੱਕ ਵਾਰੀ ਮੈਂ ਰਿਪੀਟ ਕਰਦੀ, ਐਡਮੰਡ ਹਿਲੌਰੀ, ਤੈਨਜਿੰਗ ਨੌਰਗੇ ਸ਼ੇਰਪਾ। ਐਡਮੰਡ ਹਿਲੌਰੀ ਨਿਊਜ਼ੀਲੈਂਡ ਦਾ, ਤੈਨਜਿੰਗ ਨੌਰਗੇ ਸ਼ੇਰਪਾ ਇਹ ਭਾਰਤ ਦਾ ਸੀਗਾ। ਇਹ 29 ਮਈ 1953 ਨੂੰ ਚੜੇ ਸੀਗੇ ਮਾਊਂਟ ਐਵਰੈਸਟ ਤੇ। ਬਚੇਂਦਰੀ ਪਾਲ ਮਹਿਲਾ ਭਾਰਤ, ਇਹ ਬਚੇਂਦਰੀ ਪਾਲ ਪੁੱਛਿਆ ਜਾਵੇ ਤੇ ਸਾਡੇ ਭਾਰਤ ਦੀ ਪਹਿਲੀ ਮਹਿਲਾ ਜਿਹੜੀ ਮਾਊਂਟ ਐਵਰੈਸਟ ਤੇ ਗਈ। ਪਰ ਜਦੋਂ ਜੁੰਕੋ ਤਬੋਈ ਪੁੱਛਿਆ ਜਾਵੇ, ਇਹ ਪੂਰੇ ਵਿਸ਼ਵ ਦੀ ਹੈ ਜਿਹੜੀ ਕਿ ਮਾਊਂਟ ਐਵਰੈਸਟ ਤੇ ਚੜੀ। ਸੋ ਇਹ ਚੜੀ ਸੀ 16 ਮਈ 1975 ਨੂੰ। ਯਾਰ ਮੈਂ ਇੱਕ ਗੱਲ ਤੇ ਬੜੀ ਹੈਰਾਨ ਹੋਈ, ਵੈਸੇ ਮੈਨੂੰ ਨਹੀਂ ਇਹ ਚੀਜ਼ ਪਤਾ, ਜਿਹੜੀ ਮੈਨੂੰ ਨਹੀਂ ਨਾ ਪਤਾ ਹੋਵੇ ਮੈਂ ਕਹਿ ਦਿੰਦੀ ਵੀ ਮੈਨੂੰ ਨਹੀਂ ਪਤਾ। ਠੀਕ ਆ, ਮੈਂ ਇਹ ਗੱਲ ਤੇ ਬੜੀ ਹੈਰਾਨ ਆ ਵੀ ਇਹ ਮਈ ਦੇ ਮਹੀਨੇ ਕਿਉਂ ਗਏ ਆਖਰ? ਕੀ ਜਾਂ ਤਾਂ ਉੱਥੇ ਕੋਈ ਵੈਦਰ ਦਾ ਹੋਊਗਾ ਸਿਸਟਮ, ਹੋ ਸਕਦਾ ਮਈ ਦੇ ਮਹੀਨੇ ਵੈਦਰ ਵਧੀਆ ਹੋਵੇ ਜਾਂ ਕੁਛ ਹੋਊ ਇਦਾਂ ਦਾ ਕੋਈ ਚੱਕਰ, ਹਨਾ। ਵੇਖੋ ਮਈ ਦੇ ਮਹੀਨੇ ਗਏ, 1953 ਦਾ ਸਾਲ ਤੇ ਇਹ ਮਈ ਦੇ ਮਹੀਨੇ ਗਏ। 1984 ਦਾ ਸਾਲ ਤੇ ਇਹ ਮਈ ਮਹੀਨੇ ਗਏ। ਫਿਰ 1975 ਵਾਲਾ ਸਾਲ ਤੇ ਇਹ ਵੀ ਮਈ ਚ ਗਈ। ਕੀ ਚੱਕਰ ਇਦਾਂ ਦਾ ਵੀ ਇਹ ਮਈ ਚ ਗਏ? ਵੈਸੇ ਆਪਾਂ ਅੰਦਾਜ਼ਾ ਜਿਹਾ ਲਾ ਸਕਦੇ ਹਾਂ ਵੀ ਕੋਈ ਵੈਦਰ ਦਾ ਚੱਕਰ ਹੋਊਗਾ, ਪਰ ਇਹਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਕੀ ਕਾਰਨ ਆ ਵੀ ਮਈ ਚ ਕਿਉਂ ਗਏ। ਠੀਕ ਆ, ਤਰੀਕਾਂ ਯਾਦ ਰੱਖਿਓ, ਮੰਥਰੇ ਤੁਹਾਨੂੰ ਪਤਾ ਹੀ ਆ। ਠੀਕ ਆ, ਸੋ ਇਹ ਜਿਹੜਾ ਨਾ ਇੰਪੋਰਟੈਂਟ ਡਾਟਾ ਇਸ ਚੈਪਟਰ ਦੇ ਵਿੱਚ ਦਿੱਤਾ ਸੀਗਾ। ਇਹ ਚੈਪਟਰ ਸਾਡਾ ਮੁੱਕਿਆ ਨਹੀਂਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਚੈਪਟਰ ਸਾਡਾ 5 ਦਿਨ ਚੱਲਣਾ ਵਾ। ਇਸ ਤੋਂ ਬਾਅਦ ਸਾਡੀ ਅਗਲੀ ਵੀਡੀਓ ਕੀ ਹੋਊਗੀ? ਸਾਡੀ ਭੂਮੰਡਲ ਦੀ, ਕਿਉਂਕਿ ਆਪਣਾ ਚੈਪਟਰ ਕਿਹੜਾ ਸ਼ੁਰੂ ਹੋਇਆ ਵਾ? ਧਰਤੀ ਦੇ ਪ੍ਰਮੁੱਖ ਭੂਮੰਡਲ। ਧਰਤੀ ਦੇ ਪ੍ਰਮੰਡਲ। ਭੂਮੰਡਲ ਦੇ ਵਿੱਚ ਅਸੀਂ ਮਹਾਦੀਪ ਤੇ ਮਹਾਸਾਗਰ ਪੜਾਂਗੇ। ਮਿਲਦੇ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ। ਹੋ ਸਕਦਾ ਤਾਂ ਅੱਜ ਹੀ ਕਲਾਸ ਮਿਲ ਜੂਗੀ ਮਹਾਦੀਪਾਂ ਵਾਲੀ। ਮਹਾਦੀਪ ਦੇ ਵਿੱਚ ਮਹਾਦੀਪਾਂ ਦੀ ਜਿਹੜੀ ਸਾਡੀ ਕਲਾਸ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇੱਕ ਮਹਾਦੀਪ ਦੇ ਘੱਟੋ ਘੱਟ 15 ਪੁਆਇੰਟ ਕਰਵਾਉਂਗੀ ਇੱਕ ਮਹਾਦੀਪ ਤੇ। ਏਸ਼ੀਆ ਮਹਾਦੀਪ ਦੇ ਘੱਟ ਤੋਂ ਘੱਟ 12 13 15 ਪੁਆਇੰਟ। ਇਸੇ ਤਰ੍ਹਾਂ ਸਾਰੇ ਮਹਾਦੀਪਾਂ ਨੂੰ ਬਹੁਤ ਜ਼ਿਆਦਾ ਡਿਟੇਲ ਚ ਕਰਵਾਉਂਗੀ। ਤੇ ਜਿਹੜੇ ਆਏ ਆ ਚੈਨਲ ਤੇ ਪਹਿਲੀ ਵਾਰੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਲਾਈਕ ਵੀ ਕਰਨਾ ਵੱਧ ਤੋਂ ਵੱਧ, ਤਾਂ ਕਿ ਸਾਰੇ ਬੱਚਿਆਂ ਤੱਕ ਕਲਾਸ ਪਹੁੰਚ ਸਕੇ। ਠੀਕ ਆ, ਤੇ ਆਪਾਂ ਮਿਲਦੇ ਆ ਫਿਰ ਅਗਲੇ ਭੂਮੰਡਲ ਦੀ ਕਲਾਸ ਦੇ ਵਿੱਚ।